E equals GMC squared, ਸਾਡਾ ਸੀਕ੍ਰੇਟ ਫਾਰਮੂਲਾ ਫਾਰ ਇਟਰਨਲ ਲਾਈਫ ਹੈ ਜੀ। ਇਹਦੀਆਂ ਹੁਣ ਗੱਲਾਂ ਕਰ ਰਹੇ ਇਹਨੂੰ ਅੱਗੇ ਵਧਾਉਂਦੇ ਆ ਕਿ ਜੀਨਸ ਫਾਰ ਜੈਨੇਟਿਕਸ ਔਰ ਜੀ ਫਾਰ ਜੀਨਸ ਦੀ ਕਾਫੀ ਲੰਬੀ ਚੌੜੀ ਗੱਲ ਦੋ ਹਿੱਸਿਆਂ 'ਚ ਕੀਤੀ। M ਫਾਰ ਮਿਲਿਊ ਐਨਵਾਇਰਨਮੈਂਟ, ਜਿਹੜਾ ਕਿ ਬ੍ਰਹਿਮੰਡ ਤੋਂ ਲੈ ਕੇ ਤੇ ਸੈੱਲਾਂ ਦੇ ਅੰਦਰ ਤੱਕ ਹੈ, ਤੇ ਉਹਦੇ ਵਿੱਚ ਫਿਰ ਕਲਚਰ ਤੇ ਸਿਚੁਏਸ਼ਨ ਬੜਾ ਕੁਝ ਹੋਰ ਫੈਕਟਰਸ ਆਉਂਦੇ ਨੇ। ਉਹਦੇ ਵਿੱਚ ਫਿਰ ਅਸੀਂ ਕਈ ਹੁਣ ਕੈਟੇਗਰੀਜ਼ 'ਚ ਹੌਲੀ ਹੌਲੀ ਅੱਗੇ ਵਧਣ ਲੱਗੇ ਹਾਂ ਕਿ ਇੱਕ ਜਿਹੜੀ ਪਹਿਲੀ ਕੈਟੇਗਰੀ ਕੱਲ੍ਹ ਇੰਟਰੋਡਿਊਸ ਕੀਤੀ ਕਿ ਬਈ ਕਾਸਮੈਟਿਕਸ ਦੀ, ਕਿ ਕਾਸਮੈਟਿਕਸ ਦਾ ਮਤਲਬ ਸਿਰਫ ਜਿਹੜੀ ਕਰੀਮਾਂ ਉਹ ਨਹੀਂ ਹੁੰਦੀਆਂ। ਕਾਸਮੈਟਿਕਸ ਜਨਰਲ ਵਰਡ ਹੈ ਕਿ ਬਈ ਸੁਪਰਫਿਸ਼ੀਅਲ ਕੰਮ ਜਾਂ ਬਾਹਰੋਂ ਛੋਟੇ ਮੋਟੀ ਕੋਈ ਚੇਂਜ ਕਰਨੀ ਆਪਣੇ ਐਨਵਾਇਰਨਮੈਂਟ ਦੇ ਵਿੱਚ, ਆਪਣੇ ਮਿਲਿਊ ਦੇ ਵਿੱਚ, ਹਾਂਜੀ, ਕਿ ਜਿਹਦੇ ਨਾਲ ਸਾਨੂੰ ਆਪਣਾ ਆਪ ਚੰਗਾ ਲੱਗੇ ਤੇ ਆਪਣੀ ਸਿਹਤ ਨੂੰ ਵੀ ਜੇ ਕੋਈ ਫਾਇਦਾ ਹੋ ਸਕਦਾ ਹੈ ਤੇ ਉਹ ਹੋਵੇ। ਉਹਦੀ ਬਿਲਕੁਲ ਸ਼ੁਰੂਆਤ ਤੇ ਅੱਗੇ ਵੀ ਗੱਲ ਹੋ ਚੁੱਕੀ ਹੈ ਕਿ ਜੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਆਪਣੇ ਵਾਲਾਂ ਦਾ ਰੰਗ ਜਿਹੜਾ ਵੈ ਉਹ ਆਪਣੇ ਉਮਰ ਦੇ ਪੜਾਅ ਵਿੱਚ ਜਿਹੜੇ 'ਚ ਹੈਗੇ ਹੋ ਉਹ ਵਾਲਾ ਤੁਹਾਨੂੰ ਨਹੀਂ ਪਸੰਦ ਤੇ ਤੁਸੀਂ 20 ਸਾਲ 30 ਸਾਲ ਪੁਰਾਣਾ ਰੱਖਣਾ ਚਾਹੁੰਦੇ ਹੋ ਆਪਣੇ ਕਾਲੇ ਵਾਲ ਰੰਗ ਕੇ ਜਾਂ ਕਿਸੇ ਵੀ ਤਰੀਕੇ ਨਾਲ, ਤੇ ਉਹ ਬਿਲਕੁਲ ਠੀਕ ਠਾਕ ਗੱਲ ਹੈ, ਤੁਹਾਡਾ ਹੱਕ ਹੈ, ਤੁਹਾਨੂੰ ਕਰਨਾ ਚਾਹੀਦਾ, ਹਾਂਜੀ। ਭਾਵੇਂ ਇਹਦਾ ਸਾਰੇ ਇਸ ਕਿਸਮ ਦੀਆਂ ਚੀਜ਼ਾਂ 'ਚ ਦੂਜੇ ਨੂੰ ਪਤਾ ਹੁੰਦਾ ਹੈ ਕਿ ਵੀ ਤੁਸੀਂ ਕੀ ਕਰ ਰਹੇ ਹੋ, ਪਰ ਜੇ ਤੁਹਾਡੇ ਮਨ ਨੂੰ ਉਹਦੇ ਨਾਲ ਕੋਈ ਚੈਨ ਮਿਲਦਾ, ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਉਸ 20 ਸਾਲ ਪੁਰਾਣੇ ਹਾਲੀ ਰੂਪ ਦੇ ਵਿੱਚ ਫਿਜ਼ੀਕਲੀ ਵੀ ਤੇ ਮੈਂਟਲੀ ਵੀ ਹੈਗੇ ਹੋ, ਤੇ ਜੀ ਆਇਆਂ ਨੂੰ ਜ਼ਰੂਰ ਕਰੋ। ਪਰ ਉਹ ਕੋਈ ਏਜਿੰਗ ਦੇ ਉੱਤੇ ਇਫੈਕਟ ਨਹੀਂ ਕਰ ਰਿਹਾ ਹੁੰਦਾ। ਜੀ ਜੇ ਤੁਹਾਡਾ ਜੀ ਜਿਹਦੇ ਵਿੱਚ ਵੀ ਉਮਰ ਦੇ ਬੁਢੇਪੇ ਵਾਲੇ ਪੜਾਅ ਦੇ ਵਿੱਚ ਬਹੁਤ ਖੂਬਸੂਰਤ ਕਲਰਫੁੱਲ ਕੱਪੜੇ ਪਾਉਣ ਨੂੰ ਕਰਦਾ ਹੈ, ਚੰਗਾ ਭੋਜਨ ਖਾਣ ਨੂੰ ਕਰਦਾ ਹੈ, ਚੰਗੇ ਸਾਥੀ ਦਾ ਸਾਥ ਮੰਨਣ ਨੂੰ ਕਰਦਾ ਹੈ, ਇਹ ਬੜੇ ਜ਼ਰੂਰੀ ਹਿੱਸੇ ਨੇ। ਪਰ ਉਹਦੇ ਵਿੱਚ ਸਾਨੂੰ ਭੁਲੇਖਾ ਕਈ ਵਾਰ ਇਹ ਪੈ ਜਾਂਦਾ ਹੈ ਕਿ ਜੋ ਕੁਝ ਜਿਵੇਂ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਨਾ, ਕਿ ਉਹ ਵਾਕਈ ਬੜੇ ਜ਼ਬਰਦਸਤ ਐਂਟੀ ਏਜਿੰਗ ਕੰਪਾਊਂਡਸ ਨੇ ਤੇ ਐਂਟੀ ਏਜਿੰਗ ਕਰੀਮਾਂ ਨੇ। ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਕਲੈਰਿਟੀ ਕਰਨੀ ਚਾਹੁੰਦਾ ਕਿ ਕਾਸਮੈਟਿਕਸ ਜਿਹੜੀ ਹੈ, ਜਿਵੇਂ ਕੱਲ੍ਹ ਵੀ ਮੈਂ ਥੋੜ੍ਹੀ ਜਿਹੀ ਉਹਦੇ ਬਾਰੇ ਹਿੰਟ ਦਿੱਤਾ ਕਿ ਉਹਦਾ ਮਤਲਬ ਹੁੰਦਾ ਉੱਤੋਂ ਤੇ ਕਾਸਮੈਟਿਕ ਜਿਹੜੀ ਹੈ ਉਹ ਜੇ ਬਾਇਓਲੋਜੀ ਦੇ ਰੂਪ ਵਿੱਚ ਅੰਦਰ ਜਾ ਕੇ ਕੋਈ ਚੀਜ਼ ਵਾਕਈ ਸਾਡੇ ਸਰੀਰ ਵਿੱਚ ਤਬਦੀਲੀ ਲਿਆਉਣ ਦੀ ਹਿੰਮਤ ਹੋਵੇ ਨਾ, ਤੇ ਉਹਨੂੰ FDA ਤੇ ਬਾਕੀ ਡਰੱਗ ਅਥਾਰਟੀਜ਼ ਬੈਨ ਕਰ ਦਿੰਦੀਆਂ, ਕਿਉਂਕਿ ਉਹਨੂੰ ਫਿਰ ਡਰੱਗ ਦੇ ਲਈ ਟੈਸਟ ਕਰਨਾ ਚਾਹੀਦਾ ਕਿ ਉਹਦਾ ਡਰੱਗ ਲੈਵਲ ਦਾ ਕੀ ਇਫੈਕਟ ਹੈ। ਤੇ ਨਵੀਆਂ ਡਰੱਗਸ ਬਣਾਉਣ ਦੇ ਉੱਤੇ ਕਈ ਵਾਰੀ ਜਿਹੜੇ ਨੇ 500 ਮਿਲੀਅਨ ਤੇ 1000 ਮਿਲੀਅਨ ਡਾਲਰ ਤੱਕ ਦਾ ਖਰਚਾ ਆਉਂਦਾ, ਉਹ ਕੋਈ ਨਹੀਂ ਅਫੋਰਡ ਕਰ ਸਕਦਾ ਕਰਨ ਨੂੰ, ਹਾਂਜੀ। ਤੇ ਕਰੀਮਾਂ ਬਣਾਉਣੀਆਂ ਬੜੀਆਂ ਸੌਖੀਆਂ ਹੁੰਦੇ ਨੇ, ਉਹਦੇ 'ਚ ਸਿਰਫ ਇਹੀ ਸ਼ੋਅ ਕਰਨਾ ਪੈਂਦਾ ਕਈ ਵਾਰੀ ਕਿ ਵੀ ਉਹਦਾ ਕੋਈ ਇਮੀਡੀਏਟ ਨੁਕਸਾਨ ਨਾ ਹੋਵੇ, ਤੇ ਸਾਨੂੰ ਵੀ ਵਰਤਣੀਆਂ ਉਸੇ ਤਰੀਕੇ ਨਾਲ ਚਾਹੀਦੀਆਂ ਕਿ ਸਾਨੂੰ ਕੋਈ ਉਹਦਾ ਇਮੀਡੀਏਟ ਨੁਕਸਾਨ ਨਾ ਦਿਸੇ। ਤੇ ਜਿਹੜੇ ਉਹਦੇ ਫਾਇਦੇ ਹੋਣੇ ਨੇ ਉਹਨਾਂ ਦੇ ਕਈ ਹੋਰ ਪੱਧਰ ਨੇ, ਕਿਉਂਕਿ ਕਾਸਮੈਟਿਕਸ ਦੇ ਵਿੱਚ ਕਾਸਮੈਟਿਕਸ ਜਿਹੜੀਆਂ ਕਰੀਮਾਂ ਨੇ ਨਾ, ਉਹਨਾਂ ਦਾ ਮੇਨ ਕੰਮ ਸਕਿਨ ਦੇ ਉੱਤੇ ਜੇ ਕੋਈ ਹੈਗਾ, ਉਹ ਕਹਿੰਦੇ ਨੇ ਮੋਇਸਚਰ ਰਿਟੈਂਸ਼ਨ ਦਾ, ਕਿ ਜਿੰਨਾ ਕੁ ਬਾਡੀ ਦੇ ਅੰਦਰ ਪਾਣੀ ਤੇ ਦੀ ਬੜੀ ਜ਼ਰੂਰਤ ਹੈ ਤੇ ਉਹਨੂੰ ਉਹ ਘਟਣ ਤੋਂ ਘਟਾਉਂਦੀਆਂ ਜ਼ਰੂਰ ਨੇ। ਰੇਟ ਆਫ ਲਾਸ ਆਫ ਵਾਟਰ, ਡੀਹਾਈਡਰੇਸ਼ਨ ਨੂੰ ਘਟਾਉਂਦੀਆਂ, ਉਹ ਹੋਰ ਕੁਝ ਨਹੀਂ ਜੇ ਕਰਦੀਆਂ। ਬੇਸਿਕਲੀ ਸਾਰੀਆਂ ਕਰੀਮਾਂ ਜਿਨ੍ਹਾਂ ਨੂੰ ਅਸੀਂ ਐਂਟੀ ਏਜਿੰਗ ਕਹਿੰਦੇ ਆ, ਏਜਿੰਗ ਨਾਲ ਤੇ ਕੋਈ ਤਲਕ ਹੀ ਕੋਈ ਨਹੀਂ ਉਹਨਾਂ ਦਾ ਕੰਮ ਹੈ ਸਕਿਨ ਦੀ ਚਮੜੀ ਨੂੰ, ਮੂੰਹ ਦੇ ਤੋਂ ਜਿੱਥੇ ਵੀ ਲਾਓਗੇ, ਕਿ ਉਹਦੀ ਥੋੜ੍ਹੀ ਜਿਹੀ ਵਾਟਰ ਲਾਸ ਨੂੰ ਘਟਾਇਆ ਜਾਏ, ਤਾਂ ਕਿ ਤੇ ਉਹਦਾ ਬੜੇ ਕਈ ਵਾਰ ਚੰਗੇ ਫਰਕ ਹੁੰਦੇ ਨੇ। ਤੇ ਉਹਨਾਂ ਕਰੀਮਾਂ ਨੂੰ ਫਿਰ ਕਿਵੇਂ ਚੁਣਨਾ, ਹਾਂਜੀ, ਕਿਉਂਕਿ ਕਰੀਮ ਭਾਵੇਂ ਉਹ 10 ਰੁਪਏ ਵਾਲੀ ਹੋਵੇ ਤੇ ਭਾਵੇਂ 10,000 ਰੁਪਏ ਵਾਲੀ ਹੋਵੇ, ਬੇਸਿਕਲੀ ਉਹ ਇੱਕੋ ਹੀ ਤਰੀਕੇ ਨਾਲ ਕੰਮ ਕਰਦੀਆਂ। ਹਾਂ, ਉਹਨਾਂ ਦੇ ਵਿੱਚ ਕੁਆਲਿਟੀ ਆਫ ਮਟੀਰੀਅਲ ਦਾ, ਹਾਂਜੀ, ਸਾਫ ਸਫਾਈ ਦਾ, ਉਹਨਾਂ ਚੀਜ਼ਾਂ ਦਾ ਬੜਾ ਰੋਲ ਹੁੰਦਾ ਕਿ ਕਿਹੋ ਜਿਹੀ ਗਲਿਸਰਿਨ ਪਈ ਹੋਈ ਹੈ, ਕਿਹੋ ਜਿਹਾ ਪਾਣੀ ਵਰਤਿਆ ਹੋਇਆ। ਪਰ ਜਿਹੜੇ ਉਹਦੇ ਵਿੱਚ ਹੀਰੇ ਕੁੱਟ ਕੇ ਪਾਏ ਹੋਏ ਨੇ ਜਾਂ ਕੋਈ ਵੱਡੇ ਕੈਮੀਕਲ ਪਾਏ ਨੇ, ਤੇ ਉਹਦੇ ਨਾਲ ਜਿਹੜੀ ਕੰਪਨੀਆਂ ਕਲੇਮ ਕਰਦੀਆਂ ਨੇ ਨਾ ਕਿ 10 ਸਾਲ ਜਵਾਨੀ 10 ਦਿਨਾਂ ਦੇ ਵਿੱਚ 10 ਮਿੰਟਾਂ ਵਿੱਚ, ਉਹ ਠੀਕ ਹੈ, ਉਹ ਮਾਰਕੀਟ ਫੋਰਸਿਸ ਦੀ ਗੱਲ ਹੈ। ਇਹ ਸਮਝ ਲੈਣਾ ਬੜਾ ਜ਼ਰੂਰੀ ਜੇ ਕਿ ਬੇਸਿਕ ਵੈਸਲੀਨ ਉਹੀ ਕੁਝ ਕਰਦੀ ਹੈ ਜਿਹੜੀ ਕਿ 10,000 20,000 50,000 ਰੁਪਏ ਵਾਲੀ ਕਰੀਮ ਵੀ ਕਰੇਗੀ। ਪਰ ਫਿਰ ਅਸੀਂ ਕਿਹੜੀ ਕਰੀਮ ਕਦੋਂ ਵਰਤਦੇ ਹਾਂ, ਹਾਂਜੀ, ਉਹਦੇ ਲਈ ਫਿਰ ਬੜੇ ਦੂਜੇ ਰੀਜ਼ਨਸ ਆਉਂਦੇ ਨੇ। ਉਹੀ ਰੀਜ਼ਨਸ ਨੇ ਕਿ ਅਸੀਂ ਕਾਰ ਜਦੋਂ ਖਰੀਦਦੇ ਹਾਂ, ਅਸੀਂ ਸਿਰਫ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ 'ਤੇ ਜਾਣ ਲਈ ਨਹੀਂ ਖਰੀਦਦੇ,
ਹਾਂਜੀ, ਜਾਂ ਅਸੀਂ ਜਦੋਂ ਕਿਸੇ ਤਰ੍ਹਾਂ ਦੇ ਕੱਪੜੇ ਪਾਉਂਦੇ ਆ, ਉਹ ਅਸੀਂ ਸਿਰਫ ਆਪਣਾ ਤਨ ਢੱਕਣ ਅਤੇ ਗਰਮੀ ਸਰਦੀ ਤੋਂ ਬਚਾਉਣ ਲਈ ਨਹੀਂ ਪਾਉਂਦੇ। ਉਹਦੇ ਬੜੇ ਬੜੇ ਸੋਸ਼ੋਲੋਜੀਕਲ, ਸਾਈਕੋਲੋਜੀਕਲ, ਸੈਲਫਿਸ਼ ਪਾਵਰ ਦੇ ਸਿੰਬਲਾਂ ਦਾ ਉਹਦੀਆਂ ਗੱਲਾਂ ਬਾਅਦ ਚ ਕਰਾਂਗੇ ਕਿ ਉਹ ਵੀ ਬੜੀ ਜ਼ਰੂਰੀ ਹੈ ਕਰਨੀਆਂ। ਹਾਂਜੀ, ਤੇ ਇੰਜ ਹੀ ਕਾਸਮੈਟਿਕ ਦੇ ਰੂਪ ਦੇ ਵਿੱਚ ਕਿਹੜੀ ਕਾਸਮੈਟਿਕ ਤੁਹਾਡੇ ਲਈ ਕਿਹੜੀ ਢੁਕਵੀਂ ਹੋਏਗੀ, ਉਹ ਗੱਲਾਂ ਬਾਅਦ ਚ ਆਉਣਗੀਆਂ। ਇੱਕ ਮੇਰੇ ਵੱਡਾ ਫਰੇਮਵਰਕ ਜਦੋਂ ਅਸੀਂ ਹਰਮੈਟਿਕ ਵੇ ਆਫ ਲਾਈਫ ਦੀਆਂ ਗੱਲਾਂ ਕਰਾਂਗੇ, ਉਹਨੂੰ ਹੋ ਸਕਦਾ ਹਾਲੇ 2-3 ਸੈਸ਼ਨਸ ਲੋੜੀਂਦੇ ਹੋਣ। ਇੰਜ ਹੀ ਕਾਸਮੈਟਿਕਸ ਚੇਂਜਸ ਦੇ ਵਿੱਚ ਜਿਹੜੀ ਬੇਸਿਕ ਕਰੀਮ ਦੀ ਹੈ ਸਟੋਰੀ, ਉਹ ਤੇ ਵਰਕ ਕਰਦੀ ਹੈ ਕਿ ਬਈ ਉੱਤੋਂ ਲਾਣੀ ਤੇ ਉਹਦਾ ਕੋਈ ਨੁਕਸਾਨ ਨਾ ਹੋਵੇ, ਉਹਨਾਂ ਨੂੰ ਅਸੀਂ ਕਹਿੰਦੇ ਕਾਸਮੈਟਿਕਸ। ਫਿਰ ਰਿਸਰਚਾਂ ਵੀ ਬੜੀਆਂ ਹੋਣੀਆਂ ਸ਼ੁਰੂ ਹੋਈਆਂ ਕਿ ਬੇਸਿਕ ਲੈਵਲ ਦੇ ਉੱਤੇ ਬੜੇ ਹੀ ਕੈਮੀਕਲਸ ਟੈਸਟ ਕੀਤੇ ਜਾ ਰਹੇ ਆ ਜਿਨ੍ਹਾਂ ਦੇ ਬੜੇ ਬੜੇ ਪਾਵਰਫੁਲ ਇਫੈਕਟ ਹੁੰਦੇ ਨੇ ਲੈਬੋਰਟਰੀ ਦੇ ਵਿੱਚ। ਲੈਬੋਰਟਰੀ 'ਚ ਉਹਨਾਂ ਦੇ ਇਫੈਕਟ ਹੁੰਦੇ ਨੇ। ਇੰਜ ਮੇਰੀ ਆਪਣੀ ਕੀਤੀ ਹੋਈ ਰਿਸਰਚ ਇੱਥੇ ਡੈਨਮਾਰਕ ਦੀ ਲੈਬ 'ਚ, ਜਦੋਂ ਮੈਂ 1984 'ਚ ਇੱਥੇ ਆਇਆ ਤੇ ਮੇਰੇ ਖਿਆਲ 86 ਕਿ 87 ਤੱਕ ਪੁੱਜਦੇ ਮੈਂ ਇੱਕ ਐਸਾ ਕੰਪਾਊਂਡ, ਇੱਕ ਕੈਮੀਕਲ ਲੱਭਿਆ ਜਿਹਦੇ ਪਿੱਛੇ ਬੜੇ ਲੰਬੇ ਕਾਰਨ ਸਨ, ਜਿਹਦੇ ਨਾਲ ਸਾਡੇ ਲੈਬੋਰਟਰੀ ਦੀ ਕੰਡੀਸ਼ਨ 'ਚ ਮਨੁੱਖੀ ਚਮੜੀ ਦੇ ਸੈੱਲ ਜਿਹੜੇ ਨੇ ਉਹ ਬੁੱਢੇ ਬੜੇ ਸਲੋ ਹੁੰਦੇ ਸੀ, ਬੜੇ ਹੌਲੀ ਹੌਲੀ ਹੁੰਦੇ ਸੀ। ਹੁਣ ਇਹੋ ਜਿਹੀ ਜਿਹੜੀ ਡਿਸਕਵਰੀ ਦੀ ਜਦੋਂ ਗੱਲ ਥੋੜ੍ਹੀ ਜਿਹੀ ਖੁੱਲ੍ਹੀ ਤੇ ਜਿਹੜੀ ਬਾਇਓਟੈਕਨੋਲੋਜੀ ਕੰਪਨੀ ਸਾਨੂੰ ਦੇ ਰਹੀ ਸੀ ਗਰੰਟਾਂ, ਉਹਨਾਂ ਦਾ ਇੰਟਰਸਟ ਸੀ ਕਿ ਇਹਦੀ ਚਰਚਾ ਹੋਵੇ। ਤੇ ਜਿੰਨੀ ਵਰਲਡ ਦੇ ਵਿੱਚ ਚਰਚਾ ਹੋਈ, ਨਿਊਯਾਰਕ ਟਾਈਮ ਤੋਂ ਸ਼ੁਰੂ ਹੋਈ ਉਹ ਖਬਰ, ਫਿਰ ਬ੍ਰਿਟਿਸ਼ ਦ ਟਾਈਮਸ ਵਿੱਚ ਆਈ, BBC ਨੇ ਕਵਰ ਕੀਤੀ, ਸਾਰੇ ਸਕੈਂਡੀਨੇਵੀਅਨ ਟੈਲੀਵਿਜ਼ਨਸ ਆ ਗਏ, ਬੜਾ ਕੁਝ ਆਇਆ। ਹੈਡਲਾਈਨ ਇਹੀ ਸੀ, ਉਹ ਡੈਨਮਾਰਕ ਦੀ ਰਿਸਰਚ ਨੇ ਝੁਰੜੀਆਂ ਦਾ ਇਲਾਜ ਲੱਭ ਲਿਆ, ਬੁਢੇਪੇ ਦਾ ਇਲਾਜ ਲੱਭ ਲਿਆ। ਮੇਰੇ ਆਪਣੇ ਕੁਝ ਟੀਚਰਾਂ ਨੇ ਮੈਨੂੰ ਅਮਰੀਕਾ ਤੋਂ, ਲਿਨ ਹੇਫਲਿਕ ਨੇ ਤੇ ਰੋਬਿਨ ਹੌਲੀਡੇ ਨੇ ਫੋਨ ਕਰਕੇ ਪੁੱਛਿਆ। ਉਹ ਕਹਿੰਦੇ ਓਏ ਤੂੰ ਕਿਹੜੇ ਕੰਮਾਂ 'ਚ ਪੈ ਗਿਆ, ਇਹ ਕੀ ਤੂੰ ਕਹਿੰਦਾ ਲੱਭਿਆ? ਉਹ ਫਿਰ ਉਹਨਾਂ ਨੂੰ ਮੈਂ ਦੱਸਣਾ ਪਿਆ ਜੀ ਇਹ ਲੈਬੋਰਟਰੀ ਦੀ ਰਿਸਰਚ ਕੀ ਹੈ ਤੇ ਬਾਹਰ ਮੀਡੀਆ ਦਾ ਕਲੇਮ ਕੀ ਹੈ। ਪਰ ਉਹਦੇ ਨਾਲ ਇੱਕ ਬੜੀ ਜੁੜੀ ਹੋਈ ਬੜੀ ਇੰਟਰਸਟਿੰਗ ਘਟਨਾ ਸੀ ਕਿ ਸਾਨੂੰ ਉਸ ਦੀ ਇੰਨੀ ਪਬਲਿਸਿਟੀ ਤੋਂ ਬਾਅਦ, ਜਿੱਥੇ ਮੇਰਾ ਪ੍ਰੋਫੈਸਰ ਉਸ ਸਮੇਂ ਬ੍ਰਾਇਨ ਕਲਾਰਕ ਉਹ ਹੀ ਜ਼ਿਆਦਾ ਇੰਟਰਵਿਊ ਦਿੰਦਾ ਸੀ, ਮੈਂ ਪਿੱਛੇ ਲੁੱਕ ਕੇ ਹੀ ਰਹਿੰਦਾ ਸੀ ਕਿਉਂਕਿ ਮੈਨੂੰ ਵੀ ਸ਼ਰਮ ਆਉਂਦੀ ਸੀ ਕਿ ਐਡਾ ਵੱਡਾ ਕਲੇਮ ਜਿਹੜਾ ਸਾਡਾ ਹੋ ਨਹੀਂ ਸਕਦਾ ਤੇ ਕਿਉਂ ਕੀਤਾ ਜਾ ਰਿਹਾ। ਪਰ ਉਹਦੇ ਖਬਰਾਂ ਤੋਂ ਬਾਅਦ ਸਾਨੂੰ ਕੋਈ 500-600 ਚਿੱਠੀਆਂ ਆਈਆਂ ਸਾਰੇ ਵਰਲਡ 'ਚੋਂ, ਜਿਹਦੇ ਵਿੱਚ ਲੋਕਾਂ ਨੇ ਇਹ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਕਿ ਤੁਸੀਂ ਅਗਲਾ ਰਿਸਰਚ ਜਿੰਨੀ ਕਰਨੀ ਹੈ ਭਾਵੇਂ ਖਤਰਨਾਕ ਹੈ ਸਾਡੇ ਤੇ ਕਰੋ, ਅਸੀਂ ਵਲੰਟੀਅਰ ਕਰਨ ਨੂੰ ਤਿਆਰ ਆ। ਤੇ ਕਾਰਨ ਜਿਹੜੇ ਲਿਖੇ ਹੁੰਦੇ ਸੀ ਨਾ ਕਈ ਕਹਾਣੀਆਂ 'ਚ, ਜਿਹੜੀਆਂ ਮੈਜੋਰਟੀ ਜਿਹੜੀਆਂ ਚਿੱਠੀਆਂ ਉਹ ਹੈਗੀਆਂ ਔਰਤਾਂ ਵੱਲੋਂ ਸੀ, ਪਰ ਕਈ ਵਾਰੀ ਫਿਰ ਮਰਦਾਂ ਵੱਲੋਂ ਵੀ ਸੀ, ਪਰ ਆਮ ਤੌਰ 'ਤੇ ਫਿਰ ਉਹ ਰੈਫਰ ਆਪਣੀ ਕਿਸੇ ਭੈਣ ਨੂੰ, ਮਾਂ ਨੂੰ ਕਰਕੇ ਕਰਦੇ ਸੀ ਕਿ ਲੋਕਾਂ ਦੀ, ਖਾਸ ਕਰਕੇ ਔਰਤਾਂ ਦੀ 50 ਸਾਲ ਤੋਂ ਬਾਅਦ ਦੀ ਉਮਰ ਦੇ ਵਿੱਚ ਦੇ ਆ ਕੇ ਬੜੀਆਂ ਦੁਖਦਾਈ ਜਿਹੜੀਆਂ ਉਹਨਾਂ ਨੇ ਆਪਣੀ ਕਹਾਣੀ ਲਿਖੀ ਹੁੰਦੀ ਸੀ ਕਿ ਵੇਖੋ ਹੁਣ ਮੇਰੇ ਮੂੰਹ ਤੇ ਝੁਰੜੀਆਂ ਆ ਰਹੀਆਂ, ਮੈਂ ਸੁੱਕੀ ਆ, ਮੇਰੇ ਸੈਕਸ ਵੱਲ ਵੀ ਕੋਈ ਜ਼ਿਆਦਾ ਇੰਟਰਸਟ ਨਹੀਂ, ਤੇ ਮੇਰਾ ਜਿਹੜਾ ਮਰਦ ਹੈ ਉਹ ਹੁਣ ਝਾਕਦਾ ਪਿਆ ਜਵਾਨ ਕੁੜੀਆਂ ਵੱਲ। ਹਾਂਜੀ, ਉਹ ਮੇਰੀ ਜ਼ਿੰਦਗੀ ਰੁਲ ਗਈ ਹੈ, ਮੇਰੇ ਬੱਚੇ ਬੜੇ ਅਪਸੈਟ ਨੇ, ਸਾਡਾ ਡਿਵੋਰਸ ਹੋਣਾ। ਐਸੀਆਂ ਕਹਾਣੀਆਂ ਸੀ ਨਾ ਕਿ ਪਹਿਲੀ ਵਾਰੀ ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੋਇਆ, ਕਿਉਂਕਿ ਮੈਂ ਵੀ ਬੜਾ ਪਿਓਰਿਟਨ ਕਿਸਮ ਦਾ ਸਾਇੰਸਦਾਨ ਸਾਂ, ਨਹੀਂ ਅਸੀਂ ਸਿਰਫ ਨੌਲੇਜ ਦੀ ਗੱਲ ਕਰਦੇ ਹਾਂ, ਕਾਸਮੈਟਿਕਸ ਝੂਠੀਆਂ ਹੁੰਦੀਆਂ, ਇਹ ਹੈ ਉਹ ਹੈ। ਉਦੋਂ ਮੈਨੂੰ ਆਇਆ ਕਿ ਅੱਛਾ ਵੀ ਜੇ ਇਹ ਚਿੱਠੀ ਮੈਨੂੰ ਮੇਰੀ ਭੈਣ ਵੱਲੋਂ ਵੀ ਵੱਡੀ ਵੱਲੋਂ ਆਈ ਹੋਵੇ ਕਿ ਬਈ ਇਹ ਵੇਖ ਹੁਣ ਤੇਰਾ ਜੀਜਾ ਜਿਹੜਾ ਬਾਹਰ ਝਾਕਦਾ ਪਿਆ ਹੀ ਕਿਉਂਕਿ ਮੇਰੀਆਂ ਝੁਰੜੀਆਂ ਆ ਗਈਆਂ, ਮੈਂ ਉਹਨੂੰ ਸਾਥ ਨਹੀਂ ਦੇ ਸਕਦੀ, ਹਾਂਜੀ ਉਹ ਮੈਨੂੰ ਸੁਸਾਇਟੀ 'ਚ ਆਪਣੇ ਨਾਲ ਨਹੀਂ ਜਾਣਾ ਚਾਹੁੰਦਾ। ਤੇ ਮੈਨੂੰ ਪਤਾ ਤੇ ਹੈਗਾ ਕਿ ਐਵੇਂ ਉੱਤੋਂ ਕੰਮ ਚਲਾਊ ਡੰਗ ਟਪਾਊ ਕਰੀਮਾਂ ਹੈਗੀਆਂ, ਪਰ ਜੇ ਉਹ ਕੰਮ ਕਰਦੀ ਹੋਵੇ ਥੋੜ੍ਹੀ ਬਹੁਤੀ ਤੇ ਮੈਂ ਕਿਉਂ ਨਾ ਕਰੀਮਾਂ ਦੀ ਨੂੰ ਇਜਾਜ਼ਤ ਦੇਵਾਂ। ਤਾਂ ਫਿਰ ਮੈਂ ਉਸ ਕੰਪਨੀ ਨੂੰ, ਜਿਹੜੇ ਸਾਨੂੰ ਗ੍ਰਾਂਟ ਦਿੰਦੇ ਸੀ ਬਾਇਓਟੈਕਨੋਲੋਜੀ, ਉਹਨਾਂ ਨੇ ਕਿਹਾ ਠੀਕ ਹੈ ਵੀ ਤੁਸੀਂ ਕਰੀਮਾਂ ਬਣਾਉਣੀਆਂ ਬਣਾ ਲਓ। ਉਹਨਾਂ ਨੇ ਫਿਰ ਹੋਰ ਰਿਸਰਚਾਂ ਕਰਕੇ, ਟੈਸਟ ਕਰਕੇ ਪੈਟੈਂਟ ਲਏ। ਮੇਰੇ ਇਕੱਲੇ ਦੇ ਨਾਂ 'ਤੇ ਕੋਈ 90 ਦੇਸ਼ਾਂ ਦੇ ਪੈਟੈਂਟ ਸਨ। ਉਹ ਫਿਰ ਜਾ ਕੇ 10-12 ਸਾਲ ਬਾਅਦ ਉਹਦੀਆਂ ਬੜੀਆਂ ਹੈਲਥ ਕੇਅਰ, ਸਕਿਨ ਕੇਅਰ ਕਰੀਮਾਂ ਬਣੀਆਂ, ਬੋਡੀ ਸ਼ੋਪ ਅਤੇ ਬੜੀਆਂ ਦੁਕਾਨਾਂ ਵਾਲਿਆਂ ਨੇ। ਉਹ ਫਿਰ ਇਵੈਂਚੁਅਲੀ ਉਹਦਾ ਹੱਕ ਇੱਕ ਕੰਪਨੀ ਕੋਲ ਮੇਰੇ ਖਿਆਲ ਹਾਲੀ ਵੀ ਉਹ ਕਾਈਨਰੇਜ਼ ਨਾਂ 'ਤੇ ਥੱਲੇ ਵਿਕਦੀ ਹੈ। ਤੇ ਪਰ ਮੈਨੂੰ ਪਤਾ ਸੀ ਕਿ ਵੀ ਉਹ ਕਰੀਮ ਜਿਹੜੀ ਹੈ ਨਾ, ਕਰੀਮ ਦਾ ਫਾਰਮੂਲੇਸ਼ਨ ਉਹਦੇ ਵਿੱਚ ਕੰਪਾਊਂਡ ਤੇ ਹੈਗਾ ਸੀ ਜਿਹੜਾ ਬੜਾ ਪਾਵਰਫੁਲ ਸੀ, ਪਰ ਕਰੀਮ ਬਣਾਉਣ ਦੇ ਜਿਹੜੇ ਰੂਲ ਨੇ, ਕਾਸਮੈਟਿਕ ਬਣਾਉਣ ਦੇ ਜਿਹੜੇ ਰੂਲ ਨੇ, ਉਹ ਕਹਿੰਦੇ ਨੇ ਕਿ ਉਹ ਕੰਪਾਊਂਡ ਉਸ ਕੰਸਨਟ੍ਰੇਸ਼ਨ 'ਚ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਵਾਕਈ ਤੁਹਾਡੇ ਸਰੀਰ ਨੂੰ ਕੋਈ ਬਦਲਾਅ ਹੀ ਲਿਆਵੇ। ਉਹ ਕਾਸਮੈਟਿਕ ਦੇ ਲੈਵਲ 'ਤੇ ਹੋਣਾ ਚਾਹੀਦਾ, ਨਹੀਂ ਤੇ ਡਰੱਗ ਬਣਦੀ ਹੈ। ਅਤੇ ਉਸ ਤਰ੍ਹਾਂ ਦੇ ਕਰੀਮਾਂ ਨੂੰ ਜਿਨ੍ਹਾਂ ਵਿੱਚ ਕਈ ਵਾਰ ਪਾਵਰਫੁਲ ਕੰਪਾਊਂਡਸ ਨਵੇਂ ਟੈਸਟ ਕੀਤੇ ਹੋਏ, ਜ਼ਿਆਦਾ ਸੈੱਲਾਂ ਦੀ ਲੈਬੋਰਟਰੀਆਂ ਵਿੱਚ ਜਾਂ ਕੁਝ ਜਾਨਵਰਾਂ 'ਤੇ ਉਹਨਾਂ ਦਾ ਫਰਕ ਪੈਂਦਾ ਹੈ ਕੁਝ ਚੀਜ਼ਾਂ ਦੇ ਉੱਤੇ ਬਾਇਓਲੋਜੀ 'ਤੇ, ਉਹਨਾਂ ਨੂੰ ਕਹਿੰਦੇ ਨੇ ਕਾਸਮਾਸਿਊਟੀਕਲਸ। ਜਿਵੇਂ ਫਾਰਮਾਸਿਊਟੀਕਲਸ ਹੁੰਦੀਆਂ ਡਰੱਗਸ ਦੇ ਬਾਰੇ, ਇਹ ਕੰਪਾਊਂਡਾਂ ਦੇ ਵਿੱਚ ਡਰੱਗ ਦੇ ਲੈਵਲ ਦੀ क्षमता ਤੇ ਹੁੰਦੀ ਹੈ
ਪਰ ਕਿਸੇ ਨੇ ਟੈਸਟ ਨਹੀਂ ਕੀਤਾ ਹੁੰਦਾ ਕਿਉਂਕਿ ਉਹਦੇ ਉੱਤੇ ਕੋਈ ਕਰੋੜਾਂ ਅਰਬਾਂ ਰੁਪਈਏ ਲਾਣੇ ਨਹੀਂ ਚਾਹੁੰਦਾ ਤੇ ਕਾਸਮੈਟਿਕ ਜਿਹੜਾ ਮਰਜ਼ੀ ਘੋਲਾ ਮੋਲਾ ਕਰਕੇ ਬਣਾਈ ਜਾਓ ਹਾਂਜੀ। ਤੇ ਉਹ ਜਿਹੜੀ ਹੈ ਇਸ ਤਰ੍ਹਾਂ ਦੀ ਕਾਸਮੈਟਿਕਸ ਦੀ ਐਂਡ ਸੋ ਕਾਲਡ ਐਂਟੀ ਏਜਿੰਗ ਕਰੀਮਸ ਤੇ ਕਾਸਮੈਟਿਸਿਊਟੀਕਲਸ ਹੈ ਤੇ ਬੜੀ ਜ਼ਬਰਦਸਤ ਚੀਜ਼ਾਂ, ਬੜੀਆਂ ਵਿਕਦੀਆਂ, ਤੁਸੀਂ ਸਾਰੇ ਖਰੀਦਦੇ, ਮੈਂ ਵੀ ਵਰਤਦਾ। ਉਹਨੂੰ ਕਿਵੇਂ ਵਰਤਣਾ ਤੇ ਕਿਉਂ ਵਰਤਣਾ ਕਿ ਬਾਇਓਲੋਜੀਕਲੀ ਤੇ ਬਹੁਤ ਹੀ ਘੱਟ ਇਫੈਕਟ ਉਹਦਾ ਹੁੰਦਾ ਜੇ, ਪਰ ਫਿਰ ਬੜੀਆਂ ਇੰਟਰਸਟਿੰਗ ਖੋਜਾਂ ਇਹਦੇ 'ਤੇ ਹੋਈਆਂ, ਖਾਸ ਕਰਕੇ ਮੇਰੇ ਕੁਝ ਦੋਸਤਾਂ ਨੇ ਜਾਪਾਨ ਦੇ ਵਿੱਚ ਤੇ ਆਸਟ੍ਰੇਲੀਆ 'ਚ ਕੀਤੀਆਂ ਕਿ ਬਜ਼ੁਰਗ ਲੋਕਾਂ ਲਈ, ਖਾਸ ਕਰਕੇ ਬਜ਼ੁਰਗ ਔਰਤਾਂ ਨਾਲ ਜਿਹੜੇ ਬਜ਼ੁਰਗਾਂ ਦੇ ਘਰਾਂ 'ਚ ਰਹਿੰਦੇ ਨੇ ਓਲਡ ਪੀਪਲਸ ਹੋਮ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਇੱਕ ਗਰੁੱਪ 70-80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਦਿੱਤੀ ਕਾਸਮੈਟਿਕਸ, ਕੁਝ ਕਰੀਮਾਂ ਦਾ ਕੰਬੀਨੇਸ਼ਨ ਦਿੱਤਾ ਹਾਂਜੀ। ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ 10-12 ਮਿੰਟ ਸਵੇਰੇ ਆਪਣੇ 'ਤੇ ਕਰਨੇ ਆ, ਲਾਣੀ ਹੈ, 5-10 ਮਿੰਟ ਸ਼ਾਮ ਨੂੰ ਵੀ ਲਾਣੀ ਹੈ, ਤੇ ਅਸੀਂ ਦੇਖਣਾ ਚਾਹੁੰਦੇ ਹਾਂ ਤੁਹਾਡੇ ਸਰੀਰ 'ਚ ਕੀ ਫਾਇਦੇ ਹੋਏ। ਹੁਣ ਹੋਇਆ ਕੀ, 2-3 ਹਫ਼ਤੇ ਦੇ ਵਿੱਚ ਹੀ ਵਰਤਣ ਤੋਂ ਕਾਸਮੈਟਿਕਸ, ਉਹ ਜਿਹੜੀਆਂ ਬਜ਼ੁਰਗ ਔਰਤਾਂ ਹਰ ਦੂਜੇ ਦਿਨ ਉੱਥੋਂ ਦੇ ਡਾਕਟਰ ਦੇ ਕੋਲ ਤੁਰੀਆਂ ਜਾਂਦੀਆਂ ਸੀ ਨਾ, ਮੇਰੇ ਇੱਥੇ ਦਰਦ ਹੈ, ਮੇਰੇ ਆਹ ਦਰਦ ਹੈ, ਮੇਰੀ ਇਹ ਨਹੀਂ ਹੁੰਦਾ ਪਿਆ, ਉਹਨਾਂ ਦਾ ਡਾਕਟਰ ਦੇ ਕੋਲ ਜਾਣਾ ਬੰਦ ਹੋ ਗਿਆ ਹਾਂਜੀ। ਹੈਲਥ ਇੰਨੀ ਇੰਪਰੂਵ ਹੋ ਗਈ। ਉਹ ਹੁਣ ਕਿਵੇਂ ਹੋਈ, ਸਾਇੰਸਦਾਨਾਂ ਨੂੰ ਤਾਂ ਪਤਾ ਕਿਉਂਕਿ ਕਾਸਮੈਟਿਕਸ ਨੇ ਤਾਂ ਕੁਝ ਨਹੀਂ ਕੀਤਾ, ਪਰ ਹੋਇਆ ਕੀ, ਉਹ ਹੋਇਆ ਬੜਾ ਇੰਪੋਰਟੈਂਟ ਪਾਰਟ ਕਿ ਕਾਸਮੈਟਿਕ ਸਾਨੂੰ ਆਪਣੇ এনवायरमेंट ਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ ਹੈ। ਉਹ ਜਿਹੜੇ ਜਦੋਂ 10-15 ਮਿੰਟ ਲਾਉਂਦੇ ਸੀ ਨਾ ਆਪਣੇ ਕਾਸਮੈਟਿਕਸ ਕਰਕੇ, ਉਹਨਾਂ ਨੂੰ ਆਪਣਾ ਆਪ ਚੰਗਾ ਲੱਗਦਾ ਸੀ, ਸ਼ੀਸ਼ੇ ਵਿੱਚ ਆਪਣਾ ਆਪ ਚੰਗਾ ਲੱਗਦਾ ਸੀ। ਉਹ ਜਦੋਂ ਫਿਰ ਬਾਹਰ ਆਉਂਦੇ ਸੀ ਆਪਣੇ ਕਮਰੇ ਵਿੱਚੋਂ ਤੇ ਦੂਜਿਆਂ ਨੂੰ ਵੀ ਮੁਸਕਰਾ ਕੇ ਮਿਲਦੇ ਸੀ, ਤੇ ਜਿਹੜਾ ਮੁਸਕਰਾਉਂਦਾ ਸੀ ਅੱਗੋਂ ਮੁਸਕਰਾਹਟ ਵਾਪਸ ਮਿਲਦੀ ਸੀ। ਉਹਨਾਂ ਦੀ ਸਾਰੀ ਸੋਸ਼ਲ ਲਾਈਫ ਤੇ ਸੈਲਫ ਐਸਟੀਮ ਇੰਪਰੂਵ ਹੋਈ ਸੀ। ਉਹਨੇ ਕੀਤੀਆਂ ਦਰਦਾਂ ਦੂਰ, ਉਹਨੇ ਕੀਤੇ ਡਾਕਟਰ ਦੇ ਕੋਲ ਜਾਣ ਦੇ ਲਈ। ਕਾਸਮੈਟਿਕਸ ਨੇ ਨਹੀਂ ਕੁਝ ਕੀਤਾ। ਸੋ ਇਸ ਲਈ ਕਾਸਮੈਟਿਕਸ ਨੂੰ ਵਰਤਣਾ ਬੜਾ ਜ਼ਰੂਰੀ ਹੈ। ਜੇ ਕਾਲੇ ਵਾਲ ਕਰਕੇ ਤੁਹਾਨੂੰ ਚੰਗਾ ਲੱਗਦਾ ਆਪਣਾ ਆਪ ਤੇ ਕਰੋ, ਮੈਨੂੰ ਚਿੱਟੇ ਵਾਲ ਕਰਕੇ ਚੰਗਾ ਲੱਗਦਾ, ਇਹਨਾਂ ਦੋਵਾਂ ਮਾਮਲਿਆਂ ਵਿੱਚ ਪਤਾ ਦੂਜਿਆਂ ਨੂੰ ਸਾਰਿਆਂ ਨੂੰ ਹੁੰਦਾ। ਉਸ ਤੋਂ ਵੀ ਅਗਲਾ ਸਟੈਪ ਹੈਗਾ ਕਿ ਜੇ ਤੁਸੀਂ ਸਿਰਫ ਕਰੀਮਾਂ ਨਹੀਂ ਵਰਤਣੀਆਂ ਤੇ ਥੋੜ੍ਹੇ ਜਿਹੇ ਇਨਵੇਸਿਵ ਮੈਥਡ ਨੇ ਕਿ ਜਿਹੜੇ ਸਾਡੇ ਸਰੀਰ 'ਚ ਦਖਲ ਦਿੰਦੇ ਨੇ। ਉਹ 'ਚ ਮੋਸਟ ਪਾਪੂਲਰ 2 ਜਿਹੜੇ ਚੱਲਦੇ ਪਏ ਨੇ ਪਿਛਲੇ 10-12 ਸਾਲ ਤੋਂ, ਇੱਕ ਤੇ ਉਹ ਬੜੀ ਜ਼ਬਰਦਸਤ ਜਿਹੜੀ ਜ਼ਹਿਰ ਹੈ ਹਾਂਜੀ, ਬੋਟੌਕਸ, ਜਿਹਦੇ ਨਾਲ ਮਸਲ ਸਾਡੇ ਆਕੜ ਜਾਂਦੇ ਨੇ। ਉਹਦੇ ਇੰਜੈਕਸ਼ਨ ਜਦੋਂ ਲੱਭੇ 20 ਸਾਲ ਪਹਿਲੋਂ, ਜਦੋਂ ਸਾਡੀ ਰਿਸਰਚ ਵੀ ਚੱਲ ਸੀ ਉਹਦੇ ਪੈਰਲਲੀ, ਉਹਦੀ ਬੜੀ ਪਾਪੂਲੈਰਿਟੀ ਹੋਈ। ਪਰ ਉਹ ਇੰਜੈਕਸ਼ਨ ਲਵਾਉਣਾ ਪੈਂਦਾ, ਇੱਕ ਇੰਜੈਕਸ਼ਨ ਦੇ ਫਿਰ 2 ਮਹੀਨੇ ਤੱਕ ਅਸਰ ਰਹਿੰਦਾ ਉਹਦਾ। ਪਰ ਹੁੰਦਾ ਕੀ ਹੈ, ਉਹ ਸਾਰੀ ਪਲੇਨ ਹੋ ਜਾਂਦਾ ਵਾ। ਤੁਸੀਂ ਜੇ ਕੋਈ ਹੱਸਦੇ ਪਏ ਹੋ, ਰੋਂਦੇ ਪਏ ਹੋ, ਤੁਹਾਡੇ ਮੂੰਹ ਦੇ ਐਕਸਪ੍ਰੈਸ਼ਨ ਸਾਹਮਣੇ ਹੀ ਨਹੀਂ ਆਉਂਦੇ ਹਾਂਜੀ, ਕਿਉਂਕਿ ਉਹ ਮਸਲਸ ਇੱਕ ਤਰੀਕੇ ਨਾਲ ਡੈਡ ਹੋ ਗਏ ਹੁੰਦੇ, ਡੈਡ ਨਹੀਂ ਹੋਏ ਹੁੰਦੇ ਵੀ ਉਹਨਾਂ ਨੂੰ ਫਿਕਸ ਹੋ ਗਏ ਹੁੰਦੇ ਨੇ। ਉਹ ਬੜੀ ਦਿੱਕਤ ਆਈ ਹੈ ਹਾਲੀਵੁੱਡ ਦੇ ਵਿੱਚ, ਬਾਲੀਵੁੱਡ ਦੇ ਵਿੱਚ ਉਸ ਤਰ੍ਹਾਂ ਦੇ ਕਰੈਕਟਰ ਐਕਟਰ ਲੱਭਣੇ ਜਿਨ੍ਹਾਂ ਦੇ ਮੂੰਹ ਦਾ ਐਕਸਪ੍ਰੈਸ਼ਨ ਦਿਸ ਸਕੇ, ਕਿਉਂਕਿ ਜੇ ਸਾਰਾ ਕੁਝ ਫਿਕਸ ਹੀ ਹੋਇਆ ਪਿਆ ਵਾ ਹਾਂਜੀ। ਉਹ ਤੁਹਾਡੇ ਬੜੇ ਜਾਣੇ ਪਛਾਣੇ ਲੋਕਾਂ ਦੇ ਉੱਤੇ ਜਿਨ੍ਹਾਂ ਦੀਆਂ ਤੁਹਾਨੂੰ ਝੁਰੜੀਆਂ ਨਹੀਂ ਨਾ ਦਿਸਦੀਆਂ ਉਹਨਾਂ ਦੇ ਸੋ ਕਾਲਡ ਉਮਰ ਦੇ ਅਨੁਸਾਰ, ਉਹ ਬੋਟਕਸ ਵਰਤਣ ਦੇ ਚਾਂਸ ਨੇ। ਇੰਜੀ ਬੁੱਲਾਂ ਦੇ ਵਿੱਚ ਇੱਥੇ ਵੈਸਟ ਵਿੱਚ ਖਾਸ ਕਰਕੇ ਉਹਦੀ ਬੜੀ, ਸਪੇਨ ਤੇ ਇਟਲੀ ਦੇ ਵਿੱਚ ਹੈ ਕਿ ਇੱਥੇ ਬੁੱਲਾਂ ਦੇ ਉੱਤੇ ਟੀਕਾ ਲਵਾਉਣਾ ਫਿਲਰਸ ਦਾ, ਉਹ ਬੜੀ ਕਿਸਮ ਦੇ ਫਿਲਰਸ ਨੇ ਤੇ ਉਹਦੇ ਨਾਲ ਬੁੱਲ ਥੋੜ੍ਹੇ ਭਰੇ ਲੱਗਦੇ ਨੇ। ਉਹ ਭਰੇ ਇਹੋ ਜਿਹੇ ਲੱਗਦੇ ਨੇ, ਪਰ ਜਿਹਨੇ ਕਰਵਾਇਆ ਉਹਨੂੰ ਲੱਗਦਾ ਕਿ ਉਹ ਬੜੀ ਖੂਬਸੂਰਤ ਹੋਈ ਹੈ। ਪਰ ਮੈਂ ਆਪਣੇ ਦੋਸਤਾਂ ਜਿਹੜੇ ਪਲਾਸਟਿਕ ਸਰਜਨਸ ਹੈਗੇ ਨੇ ਜਿਹੜੇ ਉਹ ਕਰਦੇ ਨੇ, ਮੈਂ ਉਹਨਾਂ ਨੂੰ ਪੁੱਛਿਆ ਵੀ ਯਾਰ ਇਹ ਤੈਨੂੰ ਲੱਗਦਾ ਕਿ ਬਹੁਤ ਖੂਬਸੂਰਤ ਹੋ ਗਈ ਹੈ ਕੁੜੀ ਜਿਹੜਾ ਤੂੰ ਕੀਤਾ? ਕਹਿੰਦਾ ਨਹੀਂ। ਤੇ ਮੈਂ ਕਿਹਾ ਫਿਰ ਕੀਤਾ ਕਿਉਂ? ਕਹਿੰਦਾ ਜੇ ਮੈਂ ਨਹੀਂ ਕਰਦਾ ਤੇ ਉਹਨੇ ਦੂਜੇ ਡਾਕਟਰ ਕੋਲ ਚਲੇ ਜਾਣਾ ਸੀ, ਇਹਦੇ ਪੈਸੇ ਦੀ ਖੇਡ ਹੈ। ਸੋ ਪਰ ਜੇ ਉਹਨੂੰ ਲੱਗਦਾ ਹੈ ਕਿ ਮੇਰੇ ਮੂੰਹ ਫੁੱਲਿਆ ਜਾ ਠੀਕ ਲੱਗਦਾ, ਬਹੁਤ ਵਧੀਆ ਕਰੋ। ਪਰ ਜੇ ਤੁਹਾਨੂੰ ਉਹਦੇ ਨਾਲ ਵਹਿਮ ਪੈਂਦਾ ਨਾ ਕਿ ਤੁਹਾਨੂੰ ਕੋਈ ਉਹਦੇ ਵਿੱਚੋਂ ਬੜਾ ਵੱਡੀ ਅਚੀਵਮੈਂਟ ਐਂਟੀ ਏਜਿੰਗ ਦੀ ਹੋ ਰਹੀ ਹੈ, ਉਹ ਤੇ ਨਹੀਂ ਜੇ ਹੁੰਦੀ ਹਾਂਜੀ। ਫਿਰ ਇਸ ਤੋਂ ਇਲਾਵਾ ਕਾਸਮੈਟਿਕ ਦੇ ਉੱਪਰ ਫਿਰ ਅੱਗੇ ਸ਼ੁਰੂ ਹੁੰਦੀਆਂ ਰੀਅਲ ਲਾਈਫ ਦੀਆਂ ਗੱਲਾਂ ਕਿ ਅਸੀਂ ਕੀ ਆਪਣੀ ਸਿਹਤ ਲਈ ਕਰ ਸਕਦੇ ਹਾਂ এনवायरमेंट ਇੰਪਰੂਵ ਕਰਕੇ। ਉਹਦੇ 'ਚ ਬੇਸਿਕ ਜਨਰਲ ਹਾਈਜੀਨ ਤੋਂ ਗੱਲ ਸ਼ੁਰੂ ਕਰਾਂਗੇ ਕਿ ਇਹ ਤਾਂ ਸਭ ਨੂੰ ਹੀ ਪਤਾ ਕਿ ਆਪਣੀ ਬਾਡੀ ਦੇ ਜਨਰਲ ਮੇਨਟੇਨੈਂਸ, ਸਾਫ਼ ਸਫਾਈ ਰੱਖਣੀ ਹਾਂਜੀ, ਠੀਕ ਤਰੀਕੇ ਦਾ ਭੋਜਨ ਖਾਣਾ, ਇਹ ਕਰਨਾ ਉਹ ਫਾਇਦੇਮੰਦ ਹੁੰਦਾ। ਅਸੀਂ ਭੋਜਨ ਦੀਆਂ ਵੀ ਗੱਲਾਂ ਕਰਨੀਆਂ ਨੇ ਕਿਸੇ ਅਗਲੇ ਲੈਕਚਰ ਦੇ ਵਿੱਚ, ਅਸੀਂ ਐਕਸਰਸਾਈਜ਼ ਦੀਆਂ ਵੀ ਗੱਲਾਂ ਕਰਨੀਆਂ ਨੇ। ਪਰ ਅੱਜ 2 ਗੱਲਾਂ ਦੇ ਉੱਤੇ ਮੈਂ ਥੋੜ੍ਹਾ ਜਿਹਾ ਧਿਆਨ ਤੁਹਾਨੂੰ ਦੇਣਾ ਚਾਹੁੰਦਾ ਕਿ ਇਹ ਜਨਰਲ ਹਾਈਜੀਨ ਦੇ ਨਾਲ 2 ਚੀਜ਼ਾਂ ਜਿਹਦੇ 'ਤੇ ਰਿਸਰਚ ਦਾ ਡੇਟਾ ਵੀ ਬੜਾ ਵੈ ਅਤੇ ਉਹ ਹੈ ਵੀ ਬੜਾ ਜ਼ਰੂਰੀ ਜੇ ਤੁਸੀਂ ਆਪਣੀ ਉਮਰ ਬੁਢੇਪੇ ਵਿੱਚ ਲੰਬੀ ਵੀ ਥੋੜ੍ਹੀ ਕਰਨੀ ਚਾਹੁੰਦੇ ਹੋ ਦੂਜਿਆਂ ਨਾਲੋਂ, ਜਾਂ ਸਿਹਤਮੰਦ ਰੱਖਣਾ ਚਾਹੁੰਦੇ ਹੋ। ਪਹਿਲੀ ਤਾਂ ਹੈਗੀ ਹੈ ਓਰਲ ਕੇਅਰ, ਡੈਂਟਲ ਕੇਅਰ, ਜਿਹੜੀ ਹਿੰਦੁਸਤਾਨ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਰਹਿੰਦੀ ਹੈ। ਅਸੀਂ ਡੈਂਟਿਸਟ ਕੋਲ ਜ਼ਿਆਦਾ ਉਦੋਂ ਹੀ ਜਾਂਦੇ ਹਾਂ ਜਦੋਂ ਪੀੜ ਹੀ ਹੁੰਦੀ ਹੈ ਜਾਂ ਕੋਈ ਪੱਸ ਹੀ ਪੈ ਜਾਂਦੀ ਹੈ, ਜਦ ਕਿ ਡੈਂਟਲ ਦੀ ਰੈਗੂਲਰ ਸਫਾਈ ਕਰਨੀ
ਉਹਦਾ ਆਲਮੋਸਟ ਜ਼ਿੰਦਗੀ ਦੇ ਨਾਲ 7 ਸਾਲ ਉਮਰ ਦਾ ਜੋੜ ਹੈ ਕਿ ਜਿਹੜੇ ਮਨੁੱਖ ਦੰਦਾਂ ਦੀ ਸਫਾਈ ਵਗੈਰਾ ਮੇਨਟੇਨ ਨਹੀਂ ਕਰਦੇ, ਸਾਲ 'ਚ 1 ਜਾਂ 2 ਵਾਰੀ ਡਾਕਟਰ ਕੋਲ ਜਾ ਕੇ ਉਹਦੀ ਕਲੀਨਅਪ ਕਰਾਣੀ, ਉਹਦਾ ਫਲੋਸਿੰਗ ਕਰਨੀ, ਉਹਨਾਂ ਦੀ ਉਮਰ ਪਾਪੂਲੇਸ਼ਨ ਲੈਵਲ ਦੇ ਉੱਤੇ 6-7 ਸਾਲ ਦਾ ਫਰਕ ਹੈ। ਸੋ ਡੈਂਟਲ ਕੇਅਰ ਬਹੁਤ ਬਹੁਤ ਇੰਪੋਰਟੈਂਟ ਹੈ, ਖਾਸ ਕਰਕੇ ਜਦੋਂ ਕੋਈ ਇਨਫੈਕਸ਼ਨਸ ਆਉਣੀਆਂ ਸ਼ੁਰੂ ਹੋ ਜਾਣ, ਪੀਰੀਓਡੋਂਟਿਸ ਹੋ ਜਾਏ। ਦੂਜਾ ਜਿਹੜਾ ਇਸ ਤੋਂ ਵੀ ਵੱਡਾ ਇੰਪੋਰਟੈਂਟ ਗੱਲ ਹੈਗੀ ਆ ਸਾਡੀ ਜ਼ਿੰਦਗੀ ਦੀ ਸਿਹਤਮੰਦ ਬੁਢੇਪੇ ਲਈ, ਜਿਹੜੇ ਸਾਡੇ ਇਨਵਾਇਰਨਮੈਂਟ ਨਾਲ ਹੀ ਜੁੜੀ ਹੋਈ ਹੈ, ਉਹ ਹੈ ਨੀਂਦ। ਨੀਂਦ ਦਾ ਰੋਲ ਸਾਡੇ ਜ਼ਿੰਦਗੀ ਦੇ ਵਿੱਚ ਕਿ ਕਿੰਨੀ ਜ਼ਰੂਰੀ ਹੈ, ਉਹਦੇ ਬਾਰੇ ਜਿੰਨੀ ਰਿਸਰਚ ਇਸ ਸਮੇਂ ਅਵੇਲੇਬਲ ਹੈ ਉਹ ਅਮੇਜ਼ਿੰਗ ਹੁੰਦੀ ਹੈ ਕਿ ਨੀਂਦ ਦੀ ਕਮੀ ਕਰਕੇ ਜਾਂ ਨੀਂਦ ਦੇ ਗਲਤ ਮਲਤ ਪੈਟਰਨਾਂ ਕਰਕੇ ਕਿੰਨੀ ਕਿਸਮ ਦੀਆਂ ਬਿਮਾਰੀਆਂ ਤੋਂ ਲੈ ਕੇ ਤੇ ਜਨਰਲ ਸਾਡੇ ਮੂਡ ਤੋਂ ਲੈ ਕੇ ਤੇ ਸਿਹਤਮੰਦ ਬੁਢੇਪੇ ਤੋਂ ਲੈ ਕੇ ਐਡੀ ਰੇਂਜ ਹੈ ਤੇ ਅਸੀਂ ਉਹਦੇ ਬਾਰੇ ਕਈ ਵਾਰ ਧਿਆਨ ਨਹੀਂ ਦਿੰਦੇ। ਹੁਣ ਇਹ ਕੋਈ ਜਨਰਲ ਫਾਰਮੂਲਾ ਨਹੀਂ ਹੈਗਾ ਕਿ ਨੀਂਦ ਕਿਹਦੇ ਲਈ ਕਿੰਨੀ ਜ਼ਰੂਰੀ ਹੈ, ਹਾਂਜੀ। ਉਹ ਸਾਨੂੰ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਆਪ ਪਤਾ ਲੱਗਦਾ ਕਿ ਵੀ ਸਾਡੇ ਲਈ ਕਈ ਲੋਕੀ ਸਵੇਰੇ ਛੇਤੀ ਉੱਠਣ ਵਾਲਿਆਂ 'ਚੋਂ ਨੇ, ਕਈ ਲੇਟ ਉੱਠਣ ਵਾਲਿਆਂ ਵਿੱਚੋਂ ਨੇ, ਪਰ ਉਹਦਾ ਇੱਕੋ ਹੀ ਜੇ ਮੈਂ ਫਾਰਮੂਲਾ ਤੁਹਾਨੂੰ ਸਿੰਪਲ ਲਫ਼ਜ਼ਾਂ ਵਿੱਚ, ਸਾਦੇ ਲਫ਼ਜ਼ਾਂ ਵਿੱਚ ਦੱਸਾਂ ਕਿ ਜੇ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਬਗੈਰ ਅਲਾਰਮ ਕਲੌਕ ਦੇ ਜਾਗ ਕੇ ਕਰ ਸਕਦੇ ਹੋ, ਉਹ ਜੇ ਤੁਹਾਡੀ ਠੀਕ ਨੀਂਦ ਦੀ ਨਿਸ਼ਾਨੀ। ਕਿਉਂਕਿ ਸਾਡੀ ਸਾਰਿਆਂ ਦੀ ਨਾ ਸਰਕਾਡੀਅਨ ਰਿਦਮਸ ਨੇ, 24 ਘੰਟੇ ਦੀ ਜਿਹੜੀ ਸਾਡੀ ਸਾਈਕਲਿਕ ਰਿਦਮ ਹੈ, ਉਹਦੇ ਵਿੱਚ ਸਾਡੇ ਸਾਰਿਆਂ ਦਾ ਥੋੜ੍ਹਾ ਬਹੁਤਾ ਫਰਕ ਵੀ ਹੁੰਦਾ ਹੈ, ਉਮਰ ਦੇ ਨਾਲ ਵੀ ਫਰਕ ਪੈਂਦਾ ਹੈ, ਪਰ ਉਹਦੇ ਲਈ ਜ਼ਰੂਰੀ ਫਿਰ ਇਹੀ ਹੈ ਕਿ ਤੁਸੀਂ ਆਪਣੀ ਰਿਦਮ ਨੂੰ ਫੋਲੋ ਕਰ ਸਕੋ। ਹੁਣ ਹੈ ਇਹ ਬੜੀ ਸੌਖੀ ਜੀ ਗੱਲ ਔਰ ਹੈ ਸਭ ਤੋਂ ਮੁਸ਼ਕਲ ਗੱਲ, ਕਿਉਂਕਿ ਸਾਰਾ ਸਮਾਜ ਬਣਿਆ ਹੋਇਆ ਵੈ ਇੱਕ ਫੈਕਟਰੀ ਚਲਾਉਣ ਲਈ, ਇੱਕ ਮਸ਼ੀਨ ਚਲਾਉਣ ਦੇ ਲਈ, ਵੇਲੇ ਸਿਰ ਸਾਰੇ ਆਉਣ, ਵੇਲੇ ਸਿਰ ਸਕੂਲ ਸ਼ੁਰੂ ਹੋਵੇ, ਵੇਲੇ ਸਿਰ ਫੈਕਟਰੀ ਸ਼ੁਰੂ ਹੋਵੇ। ਉਹਦੇ ਵਿੱਚੋਂ ਇਹ ਬੜਾ ਸਾਫ਼ ਦਿਸਦਾ ਕਿ ਬਹੁਤ ਬੱਚੇ ਸਕੂਲਾਂ 'ਚ ਇਸ ਲਈ ਵੀ ਪਿੱਛੇ ਰਹਿ ਜਾਂਦੇ ਨੇ ਕਿਉਂਕਿ ਜਦੋਂ ਸਵੇਰੇ ਸਕੂਲ ਸ਼ੁਰੂ ਹੋਇਆ ਹਾਲੇ ਬੱਚੇ ਦੀ ਤਾਂ ਬੋਡੀ ਸ਼ੁਰੂ ਹੀ ਨਹੀਂ ਹੋਈ, ਉਹ 2-3 ਘੰਟੇ ਲੇਟ ਸ਼ੁਰੂ ਹੋਣੀ ਹੈ, ਪਰ ਉਹ ਸਕੂਲ ਹੁਣ ਇੰਡੀਵਿਜੂਅਲ ਨੂੰ ਕੇਟਰ ਨਹੀਂ ਕਰਦੇ ਕਿ ਵੀ ਜਦੋਂ ਤੂੰ 7 ਵਜੇ ਆਉਣਾ ਤੂੰ 7 ਵਜੇ ਆਇਆ, ਤੂੰ 9 ਵਜੇ ਆਇਆ, ਤੂੰ 10 ਵਜੇ ਆ ਜਾ, ਇੰਝ ਚੱਲਦਾ ਨਹੀਂ। ਇਹੀ ਹਾਲ ਫੈਕਟਰੀਆਂ ਦਾ ਵੈ। ਅਤੇ ਇਸ ਕਿਸਮ ਦੀਆਂ ਟਾਈਮ ਸ਼ਿਫਟ ਵਾਲੀਆਂ ਕੰਮਾਂ ਦੇ ਵਿੱਚ ਜਦੋਂ ਸਾਡੀ ਸਾਰੀ ਜ਼ਿੰਦਗੀ ਦੀ ਸ਼ੁਰੂਆਤ ਹਰ ਰੋਜ਼ ਇੱਕ ਤਰਬਕ ਕੇ ਅਲਾਰਮ ਦੇ ਉੱਤੇ ਹੁੰਦੀ ਹੈ, ਉਹਦੇ ਬੜੇ ਹੀ ਸ਼ਾਰਟ ਟਰਮ ਅਤੇ ਲੌਂਗ ਟਰਮ ਅਸਰ ਨੇ। ਇਹ ਜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ ਨਾ ਕਿ ਆਪਣੀ ਰਿਦਮ ਨੂੰ ਪਛਾਣਨਾ ਅਤੇ ਜਦੋਂ ਆਪਣੇ ਆਪ ਸਹਿਜ ਸੁਭਾਏ ਜਾਗ ਆਏਗੀ ਥੋੜ੍ਹੀ ਥੋੜ੍ਹੀ ਕਰਕੇ ਉਹਨੂੰ ਫੋਲੋ ਕਰਨਾ। ਇਹ ਸ਼ੁਰੂ ਦੀ ਜ਼ਿੰਦਗੀ 'ਚ ਜਵਾਨੀ ਦੇ ਵੇਲੇ ਵਿੱਚ, ਅਧਖੜ ਵੇਲੇ ਨੌਕਰੀਆਂ ਦੇ ਵਿੱਚ ਕਰਨਾ ਜ਼ਿਆਦਾ ਮੁਸ਼ਕਿਲ ਹੈ, ਪਰ ਬੁਢੇਪੇ ਵੇਲੇ ਜੇ ਖਾਸ ਕਰਕੇ ਰਿਟਾਇਰ ਹੋ ਚੁੱਕੇ ਹੋ ਤੇ ਇਹ ਬਹੁਤ ਸੌਖਾ ਹੋ ਜਾਂਦਾ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੀ ਜਿਹੜੀ ਨੈਚੁਰਲ ਰਿਦਮ ਹੈ ਉਹਦੇ ਵਿੱਚ ਜਿਉਣ ਦੀ ਕੋਸ਼ਿਸ਼ ਕਰੋ ਅਤੇ ਉਹਦੇ ਨਾਲ ਨਾ ਸਿਰਫ ਤੁਹਾਨੂੰ ਸਰੀਰਕ ਫਾਇਦੇ ਹੋਣਗੇ, ਉਹਦੇ ਮਾਨਸਿਕ ਫਾਇਦੇ ਬੜੇ ਵੀ ਹੋਣਗੇ, ਉਹਦੇ ਸਿਹਤ ਦੇ ਉੱਤੇ ਓਵਰਆਲ ਅਸਰ ਪਏਗਾ। ਈਵਨ ਅਲਜ਼ਾਈਮਰ, ਮੈਮਰੀ, ਮੂਡ, ਐਨਰਜੀ, ਸੈਕਸ ਲੈਵਲ, ਹਰ ਚੀਜ਼ ਦੇ ਉੱਤੇ ਫਰਕ ਪੈਂਦਾ ਹੈ ਸਲੀਪ ਪੈਟਰਨਸ ਦਾ। ਇਹਨੂੰ ਅੱਜ ਦਾ ਮੈਸੇਜ ਅਸੀਂ ਇੱਥੋਂ ਤੱਕ ਹੀ ਸ਼ਾਇਦ ਪਹੁੰਚਾਵਾਂਗੇ ਕਿ ਇਨਵਾਇਰਨਮੈਂਟ ਇੰਪਰੂਵ ਕਰਨ ਦੇ ਲਈ ਆਪਣੀ ਬੇਸਿਕ ਹੈਲਥ ਕੇਅਰ, ਹਾਈਜੀਨ, ਸਾਫ ਸਫਾਈ ਸਰੀਰ ਦੀ, ਦੰਦਾਂ ਦੀ ਸਫਾਈ ਖਾਸ ਕਰਕੇ, ਅਤੇ ਫਿਰ ਸਲੀਪ। ਇਹ ਜਿਹੜੀ ਸਲੀਪ ਦਾ ਪੈਟਰਨ ਹੈ, ਨੀਂਦ ਠੀਕ ਲੈਣੀ, ਜਿਹਦੇ ਨਾਲ ਅਤੇ ਕੋਈ ਨੀਂਦ ਦੇ ਇੰਝ ਡੈਫੀਸ਼ੀਐਂਸੀ ਨਹੀਂ ਹੁੰਦੀ ਕਿ ਤੁਸੀਂ 4 ਦਿਨ ਬਿਲਕੁਲ ਨਹੀਂ ਸੁੱਤੇ ਅਤੇ 5ਵੇਂ-6ਵੇਂ ਦਿਨ 2-2 ਦਿਨ ਸੌ ਰਹੇ ਅਤੇ ਉਹ ਇਕੁਅਲ ਹੋ ਜਾਏਗੀ। ਨਹੀਂ, ਇਹ ਡੇਲੀ ਰਿਦਮ ਦਾ ਅਤੇ ਉਹ ਸਾਰੀ ਰਿਦਮ ਜਿਹੜੀਆਂ ਨੇ ਨਾ ਉਹ ਕਿਉਂਕਿ ਈਵੋਲੂਸ਼ਨ ਹੈ। ਸਾਡੀ ਜਿਹੜੀ ਬੋਡੀ ਦੀ 24 ਘੰਟੇ ਦੀ ਰਿਦਮ ਹੈ, ਅਸੀਂ ਡੇ ਦੇ ਬੰਦੇ ਹਾਂ, ਸਾਡਾ ਰਾਤ ਦੇ ਵੇਲੇ ਮੈਲਾਟੋਨਿਨ ਬਣਦੀ ਹੈ, ਉਹਨੇ ਸਾਨੂੰ ਸੁਆਣਾ ਹੁੰਦਾ ਹੈ। ਉਹ ਬੁਢੇਪੇ ਵਿੱਚ ਉਹਦੇ 'ਚ ਫਰਕ ਪੈਂਦਾ ਵੈ, ਸਾਡੀ ਰਿਦਮ ਥੋੜ੍ਹੀਆਂ ਚੇਂਜ ਹੁੰਦੀਆਂ ਨੇ, ਬੁਢੇਪੇ ਜਲਦੀ ਨੀਂਦ ਆਉਣੀ ਸ਼ੁਰੂ ਹੁੰਦੀ ਹੈ, ਪਰ ਉਹਨੂੰ ਨੀਂਦ ਦੇ ਆਪਣੇ ਨੈਚੁਰਲ ਸਰਕਲ ਨੂੰ ਪਛਾਣੋ ਅਤੇ ਕੋਸ਼ਿਸ਼ ਕਰੋ ਜੇ ਘਰ ਦੇ ਵਿੱਚੋਂ ਇੱਕ ਚੀਜ਼ ਐਂਟੀ ਏਜਿੰਗ ਦੇ ਵਰਡ ਨੂੰ ਯੂਜ਼ ਕਰਦੇ ਹੋਏ ਸੁੱਟਣੀ ਹੈ ਨਾ ਅਤੇ ਅਲਾਰਮ ਕਲੌਕਸ ਸੁੱਟ ਦਿਓ। ਅਲਾਰਮ ਦੇ ਨਾਲ ਨਹੀਂ ਜਾਗਣਾ। ਮੈਂ ਕੋਸ਼ਿਸ਼ ਕਰ ਰਿਹਾ ਪਿਛਲੇ ਬੜੇ ਸਾਲਾਂ ਤੋਂ, ਉਹਦੇ ਵਿੱਚ ਦਿੱਕਤ ਤਾਂ ਆਉਂਦੀ ਹੈ ਕਿਉਂਕਿ ਜਦੋਂ ਸਵੇਰੇ 7 ਵਜੇ ਕਲਾਸ ਲੈਣੀ ਜਾਣੀ ਪਵੇ ਕੋਈ ਸੌਖਾ ਕੰਮ ਨਹੀਂ ਲੱਗਦਾ, ਪਰ ਕਾਫੀ ਹੱਦ ਤੱਕ ਅਸੀਂ ਉਹਨੂੰ ਸੰਭਾਲ ਸਕਦੇ ਹਾਂ। ਸੋ ਜੀ, ਅਲਾਰਮ ਕਲੋਕਾਂ ਨੂੰ ਬੰਦ ਕਰੋ, ਚੱਜ ਨਾਲ ਜਾਗੋ, ਚੱਜ ਨਾਲ ਸੌਵੋ, ਕੋਸਮੈਟਿਕਸ ਯੂਜ਼ ਕਰੋ ਕਿਉਂਕਿ ਉਹ ਤੁਹਾਨੂੰ ਮਾਨਸਿਕ ਪ੍ਰਸੰਨਤਾ ਜ਼ਰੂਰ ਦੇਣਗੀਆਂ, ਕਿਉਂਕਿ ਉਹਦੇ ਨਾਲ ਤੁਹਾਨੂੰ ਆਪਣਾ ਆਪ ਚੰਗਾ ਲੱਗੇਗਾ, ਤੁਸੀਂ ਦੂਜਿਆਂ ਨਾਲ ਚੰਗਾ ਵਿਵਹਾਰ ਕਰੋਗੇ ਅਤੇ ਦੂਜੇ ਤੁਹਾਡੇ ਨਾਲ ਚੰਗਾ ਵਿਵਹਾਰ ਕਰਨਗੇ। ਅਤੇ ਇਹ ਜਿਹੜੀ ਹੈ ਨਾ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਸਾਡੀ ਜ਼ਿੰਦਗੀ ਦਾ। ਇਹ 2-3 ਦਿਨ ਪਹਿਲੇ ਮੈਂ ਉਹ ਸਕਿਨ ਹੰਗਰ ਦੀ ਜਿਹੜੀ ਗੱਲ ਕੀਤੀ, ਇਹ ਉਸੇ ਦਾ ਹੀ ਹਿੱਸਾ ਹੈ ਕਿ ਆਪਣੇ ਆਪ ਨੂੰ ਚੰਗਾ ਫੀਲ ਕਰਨਾ, ਉਹ 'ਚ ਕੋਈ ਮਾੜੀ ਗੱਲ ਨਹੀਂ।
ਆਪਣੇ ਆਪ ਨੂੰ ਚੰਗਾ ਫੀਲ ਕਰਨਾ, ਆਪਣੇ ਗੁਣਾਂ ਨੂੰ ਪਛਾਣਨਾ, ਉਹ ਭਾਵੇਂ ਸਰੀਰਕ ਸਿਰਫ ਸਿਹਤ ਦੇ ਖੂਬਸੂਰਤੀ ਦੇ ਗੁਣ ਹੋਣ ਤੇ ਜਾਂ ਫਿਰ ਮਾਨਸਿਕ ਗੁਣ ਹੋਣ, ਉਹਨਾਂ ਦੀਆਂ ਗੱਲਾਂ ਅੱਗੇ ਵੀ ਵਧਾਵਾਂਗੇ। ਪਰ ਆਜ ਕੀ ਮੁਲਾਕਾਤ ਬਸ ਇਤਨੀ। ਬਾਏ।